ਉਹ ਕਰਜ਼ਾ ਲੈ ਕੇ ਕਰ ਰਹੇ ਇਸ ਕਰਕੇ ਗਿਆਨ ਸਿੰਘ ਜੀ ਬ੍ਰੇਕ ਜਾਣ ਤੋਂ ਪਹਿਲਾਂ ਤੁਸੀਂ ਕੁਇਕ ਅੱਧੇ ਮਿੰਟ ਦੇ ਵਿੱਚ ਆਪਣਾ ਰਿਐਕਸ਼ਨ ਜੇ ਅਸੀਂ 1980 ਤੋਂ ਲੈ ਕੇ ਪੰਜਾਬ ਸਰਕਾਰ ਦੇ ਬਜਟ ਦੇਖੀਏ ਤਾਂ ਮਿਲੀਟੈਂਸੀ ਦੀ ਪੀੜ ਤੋਂ ਪਹਿਲਾਂ ਸਾਡੇ ਜਿਹੜਾ ਡੈਫਿਸਿਟ ਹੈ ਹੀ ਨਹੀਂ ਸੀ। ਦੂਜੀ ਗੱਲ ਜੇ ਟਰਮਸ ਆਫ ਟ੍ਰੇਡ ਦੇਖੀਏ ਪਿਛਲੇ 40 ਸਾਲ ਦਾ ਘਾਟਾ ਤਾਂ ਉਹਦੇ ਨਾਲ ਨੈਚੁਰਲੀ ਕੋਈ ਵੀ ਸਟੇਟ ਘਾਟੇ 'ਚ ਆਊਗੀ। ਤੀਜਾ ਇੰਡਸਟਰੀ ਦੇ ਜਿਹੜੀ ਉਸ ਤੋਂ ਬਾਅਦ ਪੋਪੂਲਿਸਟ ਬਜਟ ਵੀ ਤੇ ਸਾਲ ਤੋਂ ਬਾਅਦ ਹਰ ਸਾਲ ਉਹਦੇ ਨਾਲ ਮੈਂ ਸਹਿਮਤ ਹਾਂ, ਪਰ ਜਿਹੜੀ ਇੰਡਸਟਰੀਅਲ ਪਾਲਿਸੀ ਗਵਰਨਮੈਂਟ ਆਫ ਇੰਡੀਆ ਦੀ ਬੱਦੀ ਦੇ ਵਿੱਚ ਇੰਡਸਟਰੀ ਡਿਵੈਲਪ ਕਰਦੇ ਨੇ, ਪੰਜਾਬ ਵਾਲੀ ਇੰਡਸਟਰੀ ਉੱਥੇ ਸ਼ਿਫਟ ਹੋਊਗੀ ਤਾਂ ਸਟੇਟ ਘਾਟੇ 'ਚ ਆਊਗੀ। ਤੁਹਾਡੇ ਕੋਲ ਹੁਣੇ ਵਾਪਸ ਆ ਰਿਹਾ, ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਚਰਚਾ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਸੂਬੇ ਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ। ਲਖਨਪਾਲ ਜੀ ਜਿਹੜਾ ਬਜਟ ਅੱਜ ਪੇਸ਼ ਹੋਇਆ ਵਾ ਇਹਦੇ ਬਾਰੇ ਤੁਸੀਂ ਕੀ ਕਹੋਗੇ? ਇੱਕ ਆਮ ਫੀਲਿੰਗ ਹੈ ਕਿ ਜਦੋਂ ਬਜਟ ਪੇਸ਼ ਹੁੰਦਾ ਉਦੋਂ ਬੜੀ ਚਰਚਾ ਹੁੰਦੀ ਹੈ, ਬਾਅਦ ਦੇ ਵਿੱਚ ਉਹਨੂੰ ਕੋਈ ਚੰਗੀ ਤਰ੍ਹਾਂ ਐਨਾਲਾਈਜ਼ ਨਹੀਂ ਕਰਦਾ। ਇਸ ਦਾ ਜਿਹੜਾ ਇਸ਼ੂ ਹੈਗੀ ਹੈ ਜੀ ਇੰਟ੍ਰਿੰਸਿਕ ਇਸ਼ੂ ਹੈਗੀ ਆ ਬਜਟ ਨੰਬਰ ਦੀ ਇੰਟੈਗ੍ਰਿਟੀ। ਕਿ ਬਜਟ ਨੰਬਰ ਜਿਹੜੇ ਹੈਗੇ ਆ ਉਹ ਰੀਅਲਿਸਟਿਕ ਹੋਣੇ ਚਾਹੀਦੇ ਆ, ਉਹ ਵਿਲਿੰਗਲੀ ਫਾਲਸੀਫਾਈ ਨਹੀਂ ਕਰਨੇ ਚਾਹੀਦੇ ਇਸ ਆਸ਼ੇ ਦੇ ਨਾਲ ਕਿ ਚਲੋ ਬਜਟ ਐਸਟੀਮੇਟ 'ਚ ਕੁਝ ਲਿਖ ਦਿਓ, ਰਿਵਾਈਜ਼ ਐਸਟੀਮੇਟ 'ਚ ਕੁਝ ਲਿਖ ਦਿਓ। ਇਸ ਤਰ੍ਹਾਂ ਹੋ ਰਿਹਾ ਵਾ? ਇਸ ਤਰ੍ਹਾਂ ਹੋ ਰਿਹਾ, ਮੈਂ ਦੱਸਾਂਗਾ। ਸਿਰਫ ਇਸੇ ਬਜਟ 'ਚ ਜਾਂ ਸਾਰੇ ਬਜਟਸ ਦੇ? ਤਕਰੀਬਨ ਸਾਰਿਆਂ 'ਚ ਹੀ ਹੁੰਦਾ। 2009-2010 ਦੇ ਵਿੱਚ ਫੋਰ ਐਗਜ਼ਾਮਪਲ ਰੈਵਨਿਊ ਡੈਫਿਸਿਟ 4151 ਕਰੋੜ ਦਾ ਰਿਵਾਈਜ਼ ਐਸਟੀਮੇਟ ਦੇ ਵਿੱਚ ਰਿਫਲੈਕਟ ਕੀਤਾ ਸੀ। ਐਕਚੁਅਲੀ ਇਹ ਹੈਗਾ 5200 ਕਰੋੜ ਦਾ, 11-1200 ਕਰੋੜ ਦਾ ਫਰਕ ਹੈ। ਸਿਮਿਲਰਲੀ ਜਿਹੜਾ ਕੈਗ ਇਸ਼ੂਜ਼ ਦੇ ਵਿੱਚ ਜਾਂਦੀ ਆ ਉਹ ਪੁਆਇੰਟ ਆਊਟ ਨਹੀਂ ਕਰਦੇ ਜੀ? ਕੈਗ ਬਜਟ ਦੇ ਰਿਵਾਈਜ਼ ਐਸਟੀਮੇਟ ਦੇ ਪੁਆਇੰਟ ਆਊਟ Okay. I point out two things. Why the integrity of the budget is measured by the difference between the budgeted figures and the actual figures. There is a wide difference. ਬੜਾ ਗੰਭੀਰ ਮਸਲਾ ਵਾ, ਸ਼ਾਇਦ ਇਹ ਵਿਧਾਨ ਸਭਾ ਦੇ ਵਿੱਚ ਉੱਠਣੀ ਚਾਹੀਦੀ ਹੈ ਗੱਲ। ਉੱਠਣੀ ਚਾਹੀਦੀ। Similarly plan expenditure. ਜਦ ਅਸੀਂ ਪਲਾਨ ਅਪਰੂਵ ਕਰਵਾਉਣ ਜਾਂਦੇ ਹਾਂ ਉੱਥੇ ਕੈਮਰਿਆਂ ਦੇ ਅੱਗੇ ਬੈਠਦੇ ਹਾਂ ਟੀਵੀ ਦੇ, ਉਦੋਂ ਕਹਿੰਦੇ ਜੀ ਪੰਜਾਬ ਦੀ ਪਲਾਨ 11,500 ਕਰੋੜ ਦੀ ਅਪਰੂਵ ਹੋ ਗਈ। ਪੰਜਾਬ ਨੇ ਹਾਲੇ ਤੱਕ 4900 ਕਰੋੜ ਦੀ ਪਲਾਨ ਸਭ ਤੋਂ ਜਿਹੜੀ ਵੱਡੀ ਇੰਪਲੀਮੈਂਟ ਕੀਤੀ ਹੈ ਜੀ, ਉਹ ਹੁਣ ਜਿਹੜੀ ਹੈ 6000 ਕਰੋੜ ਹੋ ਜਾਊਗੀ। 11000 ਕਰੋੜ ਕਿੱਥੇ ਪਲਾਨ ਹੋਣੀ ਹੈ? ਔਰ ਫਿਰ ਜਿਹੜੀ ਸਾਡੀ ਪਲਾਨ 11500 ਕਰੋੜ ਦੀ ਹੈ, ਹਰਿਆਣੇ ਦੀ ਪਲਾਨ ਸਾਡੇ ਤੋਂ 60% ਹੁੰਦੀ ਸੀ, ਉਹਨਾਂ ਦੀ 22000 ਕਰੋੜ ਹੈ ਜੀ। ਪੰਜਾਬ ਕਿੱਥੇ ਖੜਾ ਜੀ? ਲਖਨਪਾਲ ਜੀ ਮੈਂ ਥੋੜਾ ਜਿਹਾ ਇਸ ਤੋਂ ਹਟ ਕੇ ਦੂਜਾ ਇਸ਼ੂ ਤੇ ਗੱਲ ਕਰਨੀ ਚਾਹੁੰਦਾ। ਪਾਵਰ ਸੈਕਟਰ ਵਾਸਤੇ ਇਹਨਾਂ ਨੇ 30% ਜਿਹੜਾ ਟੋਟਲ ਪਲਾਨ ਆਊਟਲੇ ਆ 30% ਪਾਵਰ ਸੈਕਟਰ ਵਾਸਤੇ ਗਿਆ। ਤੁਹਾਨੂੰ ਲੱਗਦਾ ਵਾ ਕਿ ਜਿਹੜੀ 24/7 ਪਾਵਰ ਸਪਲਾਈ ਜਿਹੜੀ ਉਹ ਪੋਸੀਬਲ ਹੋ ਸਕੂਗੀ ਇਹਦੇ ਨਾਲ? 24/7 power supply, it not only depends upon कि जी ਅਸੀਂ कैपेसिटी जनरेट ਕਰਨ ਦੀ ਇੰਸਟਾਲ ਕਰ ਸਕਦੇ ਕਿ ਨਹੀਂ। ਅੱਜ ਜਿਹੜੀ ਗੇਮ ਹੈਗੀ ਆ ਸਾਨੂੰ ਉਹ ਵੀ ਇੰਸਟਾਲ ਕਰਨੀ ਚਾਹੀਦੀ ਹੈ, ਸਾਨੂੰ ਹਾਈਡਰੋ ਵੀ ਕਰਨੀ ਚਾਹੀਦੀ ਹੈ, ਸਾਨੂੰ ਛੋਟੇ ਪਾਵਰ ਪਲਾਂਟ ਕਨਾਲ ਤੇ ਵੀ ਕਰਨੇ ਚਾਹੀਦੇ, ਸਾਨੂੰ ਥਰਮਲ ਵੀ ਕਰਨੀ ਚਾਹੀਦੀ, ਗੈਸ ਬੇਸ ਵੀ ਕਰਨੀ ਚਾਹੀਦੀ। ਲੇਕਿਨ ਸਾਡੇ ਕੋਲ ਬੇਸ ਲੋਡ ਜਿਹੜਾ ਪੰਜਾਬ ਦੀ ਰਿਕੁਆਇਰਮੈਂਟ ਨੂੰ ਮੀਟ ਕਰਨ ਲਈ ਐਡਿਕੁਏਟ ਹੈ ਆਲਰੇਡੀ। ਅੱਜ ਜਿਹੜੀ ਪਾਵਰ ਨੂੰ ਅਗਰ ਪ੍ਰੋਬਲਮ ਹੈ, ਪਾਵਰ ਸਮਾਰਟ ਟ੍ਰੇਡਿੰਗ, ਉਹ ਸਮਾਰਟ ਟ੍ਰੇਡਿੰਗ ਨਾਲ ਵੀ ਤੁਸੀਂ ਪਾਵਰ ਦੀ ਸਪਲਾਈ 24 ਘੰਟੇ ਦੇ ਸਕਦੇ ਹੋ। ਲੇਕਿਨ ਪ੍ਰੋਬਲਮ ਬਿਜਲੀ ਬੋਰਡ ਦੀ ਇਹ ਹੈ ਕਿ ਉਹਨਾਂ ਦੇ ਕੋਲ ਤੇਲਾ ਨਹੀਂ ਹੈਗਾ ਪਾਵਰ ਪਰਚੇਜ਼ ਕਰਨ ਨੂੰ ਵੀ ਆਊਟਸਾਈਡ ਤੋਂ। ਉਹ ਅੱਜ 20000 ਕਰੋੜ ਦੇ ਵਰਕਿੰਗ ਕੈਪੀਟਲ ਲੋਨ ਦੇ ਥੱਲੇ ਦਬੇ ਹੋਏ। ਸੋ ਇਹ ਕਈ ਚੀਜ਼ਾਂ ਤੇ ਡਿਪੈਂਡ ਕਰਦਾ ਕਿ ਪ੍ਰੋਪਰ ਰਾਉਂਡ ਦੀ ਕਲੌਕ ਪਾਵਰ ਮਿਲ ਸਕੂ ਕਿ ਨਹੀਂ ਮਿਲ ਸਕੂ। ਹਾਂਜੀ, ਇਹ ਜਿੰਨੇ ਥਰਮਲ ਪਲਾਂਟ ਲਾ ਰਹੇ ਹਾਂ ਅਸੀਂ ਜੀ, ਉਹਦੇ 'ਚ ਸਿਰਫ ਉਹ 30% ਬਿਜਲੀ ਦੇਣ ਨੂੰ ਵਚਨਬੱਧ ਨੇ ਸਾਡੀ ਇਲੈਕਟ੍ਰਿਸਿਟੀ ਕੰਪਨੀ ਨੂੰ ਜੀ। ਜਿਹੜੀ 70% ਬਿਜਲੀ ਹੈ ਉਹ ਫ੍ਰੀ ਟ੍ਰੇਡਿੰਗ ਵਾਸਤੇ ਆ ਜੀ। ਸੋ ਇਸ ਕਰਕੇ ਜ਼ਰੂਰੀ ਨਹੀਂ ਕਿ ਜੇ ਸਾਰੇ ਪਾਵਰ ਪ੍ਰੋਜੈਕਟ ਜਿਹੜੇ ਨੇ ਫਰੈਕਟੀਫਾਈ ਜਦੋਂ ਹੋ ਜਾਂਦੇ ਨੇ ਤੇ ਸਾਡਾ ਕ੍ਰਾਈਸਿਸ ਹੱਲ ਹੋਵੇ। ਸਾਨੂੰ 70% ਮਾਰਕੀਟ ਦੇ ਲੈਣਾ ਪੈਣਾ, ਮਾਰਕੀਟ ਰੇਟ ਤੇ ਲੈਣਾ ਪਏਗਾ। ਉਹ ਤਾਂ ਲੈ ਸਕਾਂਗੇ ਜੇ ਬਿਜਲੀ ਜਿਹੜੀ ਸਪਲਾਈ ਕੰਪਨੀ ਹੈ ਪਾਵਰਕਾਮ ਹੈ ਉਹਦੇ ਕੋਲ ਪੈਸੇ ਹੋਣ। ਪ੍ਰੋਫੈਸਰ ਗਿਆਨ ਸਿੰਘ, ਇਸ ਬਜਟ ਦੇ ਵਿੱਚ 3-4 ਚੀਜ਼ਾਂ ਜਿਹੜੀਆਂ ਵਾ ਉਹ ਬੜੀਆਂ ਬੈਨੀਫੀਸ਼ੀਅਲ ਲੱਗਦੀਆਂ ਵਾ ਔਨ ਦੀ ਫੇਸ ਆਫ ਇਟ ਐਟਲੀਸਟ। ਇੱਕ ਤਾਂ ਜਿਹੜੀ ਬੁਢਾਪਾ ਪੈਨਸ਼ਨ ਦੀ ਜਿਹੜੀ ਏਜ ਆ ਔਰਤਾਂ ਵਾਸਤੇ ਉਹ 4 ਤੋਂ 58 ਕਰਤੀ, 58 ਕਰਤੀ ਜੀ। ਘਟਾਈ ਹੈ। ਅੱਛਾ, ਦੂਸਰਾ ਜਿਹੜਾ ਲੜਕੀ ਦੇ ਜਨਮ ਸ਼ਗਨ ਦੇ ਵਾਸਤੇ 15000 ਰੁਪਇਆ ਰੱਖਤਾ ਵਾ। ਠੀਕ ਹੈ ਕਰਤਾ ਹੁਣ। ਅੱਛਾ, 21 ਕਰਤਾ। ਔਰ ਇਸੇ ਤਰ੍ਹਾਂ ਜਿਹੜੀ ਆ ਬਜ਼ੁਰਗਾਂ ਦੀ ਫਰੀडम ਫਾਈਟਰਸ ਦੀ ਜਿਹੜੀ ਪੈਨਸ਼ਨ ਹੈ, ਤੁਹਾਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਦੇ ਨਾਲ ਲੋਕਾਂ ਦੇ ਵਿੱਚ ਗੁੱਡਵਿਲ ਪੈਦਾ ਹੋਊਗੀ? ਪਹਿਲੀ ਗੱਲ ਤਾਂ ਜਿਹੜਾ ਕੁਝ ਕੀਤਾ ਹੈਗਾ ਇਹ ਸਵਾਗਤਯੋਗ ਹੈ, ਪਰ ਪੂਰਾ ਨਹੀਂ ਹੈਗਾ। ਪਰ ਇਸ ਤੋਂ ਵੱਧ ਜਿਹੜੇ ਇਗਨੋਰ ਹੋਏ ਏਰੀਆਜ਼ ਨੇ ਉਹ ਹੈ ਅੱਜ ਸਾਡੀ ਯੂਥ ਪੰਜਾਬ ਦੀ, ਖਾਸ ਕਰਕੇ ਸਮਾਲ ਫਾਰਮਰ, ਮਾਜਮ ਫਾਰਮਰ ਤੇ ਸ਼ਡਿਊਲ ਕਾਸਟ, ਜਿਹਦੇ ਵਿੱਚੋਂ ਮੁੜ ਕੇ ਅੱਤਵਾਦ ਉਪਜਦਾ ਹੈ ਜਾਂ ਦੂਜੀਆਂ ਲਹਿਰਾਂ ਉਪਜਦੀਆਂ ਨੇ। ਤੇ ਇਹਦੇ ਨਾਲ ਸਾਡੀ ਐਜੂਕੇਸ਼ਨ, ਹੈਲਥ ਕੇਅਰ ਤੇ ਕਨਾਲ ਨੈਟਵਰਕ ਉਹ ਵੀ ਕੰਪਲੀਟਲੀ ਇਗਨੋਰ ਹੋਏ ਨੇ।
ਤੇ ਇਸ ਲਈ ਜਿਹੜਾ ਕੁਝ ਇਹ ਕੀਤਾ ਇਹਦੇ ਨਾਲ ਨਾਲ ਇਦੋਂ ਵੱਧ ਕਰਨ ਵਾਲੇ। ਪਰ ਗਿਆਨ ਸਿੰਘ ਜੀ ਇਹਦੇ ਚ ਹੈਲਥ ਔਰ ਐਜੂਕੇਸ਼ਨ ਨੂੰ ਕਾਫੀ ਇੰਪੋਰਟੈਂਸ ਦਿੱਤੀ ਗਈ ਹੈ ਇਸ ਬਜਟ ਦੇ ਵਿੱਚ। ਨਹੀਂ, ਜਿੰਨਾ ਕੁ ਦਿੱਤਾ ਗਿਆ ਹੈ ਉਹ ਫਿਗਰ ਦੇਖਦੇ ਹੋਏ ਜਿੰਨੀਆਂ ਸਾਡੀਆਂ ਪੋਸਟਾਂ ਖਾਲੀ ਪਈਆਂ ਨੇ ਉਹ ਭਰੀਆਂ ਨਹੀਂ ਜਾਈਆਂ। ਪ੍ਰਿੰਸੀਪਲ ਦੇ ਭਰੇ ਜਾ ਰਹੇ ਆ, ਪ੍ਰੋਫੈਸਰ ਦੇ ਇਹ ਜਿਹੜਾ ਸਾਰਾ ਫ੍ਰੀਵੀਜ਼ ਦਾ ਮਲਮਾ ਹੈਗਾ ਜੀ, ਇਹ ਗਰੀਬ ਦੇ ਨਾਂ ਤੇ ਲਿਖਿਆ ਜਾਂਦਾ, ਇਨ ਦੀ ਨੇਮ ਆਫ ਦੀ ਪੂਅਰ। ਅਸੀਂ ਫ੍ਰੀ ਪਾਵਰ ਦਿੰਨੇ ਆ, ਕਿੰਨੇ ਪਰਸੈਂਟ ਉਹ ਪਾਵਰ ਗਰੀਬ ਆਦਮੀ ਨੂੰ ਜਾਂਦੀ ਹੈ? ਐਂਡ ਯੂ ਆਰ ਸਪੀਕਿੰਗ ਫਰਮ ਯੋਰ ਓਨ ਐਕਸਪੀਰੀਅੰਸ ਇਨ ਦੀ ਗਵਰਨਮੈਂਟ। ਅਸੀਂ ਆਟਾ ਦਾਲ ਦੀ ਗੱਲ ਕਰਦੇ ਆ, ਅਸੀਂ ਪੈਨਸ਼ਨਾਂ ਦੀ ਗੱਲ ਕਰਦੇ ਆ, ਅਸੀਂ ਸ਼ਗਨ ਦੀ ਗੱਲ ਕਰਦੇ ਆ। ਰੋਜ਼ ਅਖਬਾਰਾਂ ਭਰੀਆਂ ਹੁੰਦੀਆਂ ਕਿ ਬੋਗਸ ਪੈਨਸ਼ਨਰਸ ਜੀ, ਮਰੇ ਹੋਏ ਪੈਨਸ਼ਨਰ, ਸਕੈਮਸ। ਪਹਿਲੀ ਤਾਂ ਗੱਲ ਇਹ ਆ ਇਨਕਲੂਜਨ ਐਕਸਕਲੂਜਨ ਦੇ ਵਿੱਚ ਹੀ ਕਪੜਾ। ਜਿਹੜੇ ਇਨਕਲੂਡ ਨਹੀਂ ਹੋਣੇ ਚਾਹੀਦੇ ਉਹ ਇਨਕਲੂਡਡ ਹੈ, ਜਿਹੜੇ ਹੋਣੇ ਚਾਹੀਦੇ ਉਹ ਐਕਸਕਲੂਡਡ ਹੈ। ਕਿਉਂਕਿ ਸਾਰੀ ਬੜੇ ਸੀਰੀਅਸ ਇਸ਼ੂ, ਸਾਰੀ ਪ੍ਰੋਸੈਸ ਇੰਪਲੀਮੈਂਟੇਸ਼ਨ ਦੀਆਂ ਬੜੀ ਸੀਰੀਅਸ ਇਸ਼ੂਜ਼ ਹੈ। ਪਹਿਲੇ ਆਇਡੈਂਟੀਫਿਕੇਸ਼ਨ 'ਚ ਹੀ ਇਹ ਮਾਈ ਪੂਅਰ ਐਂਡ ਯੂਅਰ ਪੂਅਰ ਦੀ ਪ੍ਰੋਬਲਮ ਆ ਜਾਂਦੀ ਹੈ ਜੀ। ਤੁਸੀਂ ਜਿਹੜਾ ਸੋਸ਼ਲ ਸੈਕਟਰ ਦਾ ਕਹਿ ਰਹੇ ਜੇ ਨਾ ਜੀ, ਉਹ ਪਲਾਨ ਦਾ ਹੈ, ਬਜਟ ਦਾ ਨਹੀਂ ਹੈ। ਬਜਟ ਦਾ ਨਹੀਂ, ਮਤਲਬ ਪਹਿਲਾਂ ਇੱਕ ਫਰਕ ਕਰ ਲਈਏ ਕਿ ਜਿਹੜਾ 24% ਰੇਜ਼ ਦਿੱਤਾ ਹੈ ਉਹ ਪਲਾਨ ਵਿੱਚ ਦਿੱਤਾ ਹੈ। ਜੀ, ਇਹ ਪਲਾਨ ਇੰਪਲੀਮੈਂਟ ਹੁੰਦੀ ਕਿ ਨਹੀਂ ਇਹ ਕੁਐਸਚਨ ਮਾਰਕ ਹੈ, ਓਨਲੀ ਗੋਡ ਨੋਸ। ਕਿਉਂਕਿ ਮੈਂ 1992 ਤੋਂ ਲੈ ਕੇ 2007 ਤੱਕ ਦੇ ਜਿਹੜੇ ਪਲਾਨ ਡਾਕੂਮੈਂਟ ਨੇ ਉਹਨਾਂ ਦਾ ਐਗਜ਼ਾਮੀਨੇਸ਼ਨ ਕੀਤਾ ਔਰ ਮੈਨੂੰ ਦੇਖਣ ਚ ਆਇਆ ਕਿ 40% ਤੋਂ ਲੈ ਕੇ 50% ਤੱਕ ਜਿਹੜਾ ਆਪਾਂ ਪਲਾਨ ਦੇ ਵਿੱਚ ਖਰਚਾ ਉਲੀਕਦੇ ਆ ਉਹ ਖਰਚਦੇ ਹੀ ਨਹੀਂ ਹਾਂ। ਔਰ ਸਭ ਤੋਂ ਵੱਧ ਸਫਰ ਰਿਹਾ ਸਪੈਸ਼ਲ ਪਲਾਨ ਕੰਪੋਨੈਂਟ ਜਿਹੜਾ ਸ਼ਡਿਊਲਡ ਕਾਸਟ ਵਾਲਾ, ਉਹ ਤੇ ਕਈ ਸਾਲ 90% ਪੈਸਾ ਨਹੀਂ ਖਰਚਦੇ। ਸੋ ਇਸ ਕਰਕੇ ਜਿਹੜੀਆਂ ਬਹੁਤ ਸਾਰੇ ਛਲਾਵੇ ਵੀ ਨੇ, ਪਰ ਮੈਨੂੰ ਲੱਗਦਾ ਕਿ ਜਿਹੜਾ ਹੈਲਥ ਔਰ ਐਜੂਕੇਸ਼ਨ ਤੇ ਜਿਹੜਾ ਫੋਕਸ ਲੱਗ ਰਿਹਾ ਵਾ ਉਹਦੇ ਵਿੱਚ ਕੋਈ ਵਾਕਈ ਕੋਈ ਸਿੰਸੈਰਿਟੀ ਹੈ। ਅਸਲ ਚ ਗੱਲ ਇਹ ਆ ਕਿ ਇਹ ਛੋਟੇ ਛੋਟੇ ਜਿਹੜੇ ਆ ਨਾ, ਕਿਸੇ ਦੀ ਥੋੜੀ ਜਿਹੀ ਪੈਨਸ਼ਨ ਵਧਾਤੀ, ਫਰੀडम ਫਾਈਟਰ ਦੇ ਵਿੱਚ ਹੁਣ ਕਿੰਨੇ ਨੇ 60 ਸਾਲ ਤੋਂ ਉੱਪਰ ਦਾ ਫਰੀडम, ਬਹੁਤ ਘੱਟ ਬਜ਼ੁਰਗ ਹੋਣਗੇ, ਉਹ ਤਾਂ ਕੋਈ ਲੇਡੀਜ਼ ਦਾ ਵਧਾ ਏਜ ਘਟਾਤੀ, ਹੋਰ ਬਿਊਰੋਕ੍ਰੇਸੀ ਕ੍ਰੀਏਟ ਕਰਨੀ ਪਈ। ਅੱਛਾ, ਈਵਨ ਜਿਹੜੀਆਂ ਫਿਗਰਾਂ ਨੇ 20% ਪਲੱਸ % ਐਲੀਜੀਬਲ ਨੌਨ ਐਲੀਜੀਬਲ, ਸਟਿਲ ਆਈ ਥਿੰਕ ਦੇ ਆਰ ਯੂਸਫੁਲ ਥਿੰਗ, ਪਰ ਐਡਿਕੁਏਟ ਨਹੀਂ ਹੈ। ਯੂ ਟੇਕ ਦਾ ਕੇਸ ਆਫ ਕੈਂਸਰ ਇੱਕ ਐਪੀਡੈਮਿਕ ਬਣੀ ਹੈ ਪੰਜਾਬ ਦੇ ਵਿੱਚ। ਉਹਦੇ ਲਈ 20 ਕਰੋੜ ਕਾਰਪਸ ਇੱਕ ਵਾਟ ਇਜ਼ ਦਿਸ ਅਮਾਉਂਟ ਕੀਤੀ ਹੈ, ਮਤਲਬ 36000 40000 ਕਰੋੜ ਦੇ ਬਜਟ ਦੇ ਵਿੱਚ 20 ਕਰੋੜ ਰੁਪਈਆ ਲੈ ਕੇ ਐਵੇਂ ਤੁਸੀਂ ਸਿੰਬੋਲਿਕ ਗੱਲ ਕਰ ਰਹੇ ਹੋ ਨਾ। ਔਰ ਉਹਦੇ ਚ ਇਹ ਵੀ ਹੈ ਕਿ 1000 ਰੁਪਏ ਦੇਣਗੇ ਜਿਹੜੀਆਂ ਮਦਰਸ ਹੈ, ਜਿਹੜੀਆਂ ਸਰਕਾਰੀ ਹਸਪਤਾਲਾਂ ਦੇ ਡਿਲੀਵਰੀ ਕਰਨ ਵਾਸਤੇ ਜਾਣਗੀਆਂ। ਪ੍ਰੋਬਲਮ ਹਿਅਰ ਇਜ਼ ਸਰਕਾਰੀ ਹਸਪਤਾਲਾਂ ਵੇਅਰ ਇਜ਼ ਦੀ ਇਨਫਰਾਸਟ੍ਰਕਚਰ ਹੀ ਹੈ ਨਹੀਂ ਉੱਥੇ, ਹੈ ਨਹੀਂਗਾ। ਇਨਫਰਾਸਟ੍ਰਕਚਰ ਜਾਣਗੇ ਕਿੱਥੇ? ਹੂ ਵਿਲ ਮੈਨੇਜ ਦੀ ਸਪਲਾਈ ਸਾਈਡ? ਇਹਦੇ ਵਾਸਤੇ ਚਾਹੀਦਾ ਕਿ ਚੰਗੇ ਹਸਪਤਾਲ ਜਿਹੜੇ ਸਰਕਾਰੀ ਸੈਕਟਰ 'ਚ ਹੋਣ ਤੇ ਮੁਫਤ ਇਲਾਜ ਦੇਣ ਵਾਲੇ ਹੋਣ, ਉਹ ਆਪਾਂ ਕ੍ਰੀਏਟ ਕਰ ਰਹੀਏ ਤਾਂ ਕਿ ਜੇ ਗਰੀਬ ਆਦਮੀ ਬਿਮਾਰ ਹੋ ਜਾਏ ਤਾਂ ਉਹਨੂੰ ਇਲਾਜ ਮਿਲ ਸਕੇ। ਸ਼ਾਇਦ ਸੁੱਚਾ ਸਿੰਘ ਇਹੋ ਹੀ ਗੱਲ ਸਕੂਲਾਂ ਦੇ ਵਿੱਚ ਵੀ ਆ ਕਿ ਉੱਥੇ ਬਾਈਸਾਈਕਲ ਤੇ ਦੇਤੇ ਗਰਲਸ ਨੂੰ ਜਿਹੜੀ 11ਵੀਂ 12ਵੀਂ ਚ ਪੜ੍ਹਦੀਆਂ ਵਾ, ਪਰ ਉਹ ਸਕੂਲਾਂ ਦੀ ਕੰਡੀਸ਼ਨ ਕੀ ਹੈ ਜਿੱਥੇ ਉਹ ਜਾ ਕੇ ਪੜ੍ਹਦੇ? ਤੁਹਾਡੇ ਜਿਹੜੇ ਬੱਚੇ ਜਿਹੜੇ ਪਿੰਡਾਂ 'ਚ ਪੜ੍ਹਦੇ ਨੇ ਉਹਨਾਂ ਚੋਂ 50% ਤੋਂ ਵੱਧ ਬੱਚੇ ਐਸੇ ਨੇ ਜਿਹੜੇ 6ਵੀਂ 'ਚ ਜਾ ਕੇ ਡਰਾਪ ਆਊਟ ਹੋ ਜਾਂਦੇ ਨੇ ਤੇ ਕਾਲਜ ਲੈਵਲ ਤੇ +2 ਤੋਂ ਬਾਅਦ 10% ਬੱਚੇ ਰਹਿ ਜਾਂਦੇ ਨੇ, ਬਾਕੀ ਤਾਂ ਡਰਾਪ ਆਊਟ ਹੋ ਰਹੇ ਨੇ ਸਾਰੇ। ਕੁਆਲਿਟੀ ਆਫ ਐਜੂਕੇਸ਼ਨ ਇਜ਼ ਸੋ ਪੂਅਰ, ਟੀਚਰਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ, ਇੰਫਰਾਸਟ੍ਰਕਚਰ ਹੈ ਨਹੀਂਗਾ। ਥੋੜੀ ਬਹੁਤ ਇੰਪਰੂਵਮੈਂਟ ਆ, ਪੜੋ ਪੰਜਾਬ ਕਰਕੇ ਆਈ ਤੇ ਹੈ ਜੋ ਅਖਬਾਰਾਂ ਚ ਆਈ ਹੈ, ਲੇਕਿਨ ਪ੍ਰੋਬਲਮ ਟੁਡੇ ਜਿਹੜਾ ਸਰਵ ਸਿੱਖਿਆ ਅਭਿਆਨ ਹੈ ਇਹਦੇ ਨਾਲ ਆਊਟ ਆਫ ਸਕੂਲ ਚਿਲਡਰਨ ਹੈਵ ਸਟਾਰਟਡ ਗੋਇੰਗ ਟੂ ਸਕੂਲ ਟੂ ਅ ਲਾਰਜ ਐਕਸਟੈਂਟ ਆਲ ਓਵਰ ਦੀ ਕੰਟਰੀ, ਸੋ ਇਜ਼ ਦੀ ਕੇਸ ਵਿਦ ਪੰਜਾਬ, ਬਟ ਨਾਓ ਦੀ ਪ੍ਰੋਬਲਮ ਇਜ਼ ਡਿਫਰੈਂਟ। Kamala now goes to school, but Kamala doesn't learn anything. ਜੀ ਡਾਕਟਰ ਗਿਆਨ ਸਿੰਘ ਜੀ, ਮੈਂ ਐਗਰੀਕਲਚਰ ਦੀ ਗੱਲ ਕਰਨੀ ਚਾਹੁੰਦਾ, ਤੁਸੀਂ ਅੱਗੇ ਵੀ ਇਹ ਇਸ਼ੂ, ਇਹਨਾਂ ਨੇ ਫਾਈਨੈਂਸ ਮਿਨਿਸਟਰ ਨੇ ਕਲੇਮ ਕੀਤਾ ਵਾ ਕਿ 10% ਗਰੋਥ ਅਚੀਵ ਕੀਤੀ ਹੈ ਇਹਨਾਂ ਨੇ ਐਗਰੀਕਲਚਰ ਦੇ ਵਿੱਚ। ਇੱਕ ਤੇ ਦੱਸੋ ਕਿ ਇਹ ਸਸਟੇਨ ਕਰ ਸਕਣਗੇ? ਦੂਸਰੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਵੀ ਕਈ ਸੁਸਾਈਡ ਫਾਰਮਰਸ ਦੀਆਂ ਰਿਪੋਰਟ ਹੋਈਆਂ, ਆਤਮ ਹੱਤਿਆ ਬੜੇ ਲੋਕਾਂ ਨੇ ਕੀਤੀਆਂ, ਇਹਦੇ ਵਾਸਤੇ ਕੋਈ ਧਿਆਨ ਦਿੱਤਾ ਸਰਕਾਰ ਨੇ ਇਸ ਬਜਟ ਦੇ ਵਿੱਚ? ਜਿੱਥੇ ਤੱਕ 3% ਗਰੋਥ ਰੇਟ ਐਗਰੀਕਲਚਰ ਦੇ ਸਸਟੇਨ ਕਰਨ ਦਾ ਜੀ, ਇਹ ਫਿਰ ਡਿਪੈਂਡ ਕਰੂਗਾ ਕਿ ਸਾਡੀ ਸਰਕਾਰ ਰਿਸਰਚ ਐਂਡ ਡਿਵੈਲਪਮੈਂਟ ਐਕਟੀਵਿਟੀ ਤੇ ਕਿੰਨਾ ਪੈਸਾ ਖਰਚਦੀ ਹੈ। ਮੇਰੇ ਖਿਆਲ ਨਾਲ ਸ਼ਾਇਦ ਇਸ ਵਾਸਤੇ ਦਾ ਸਭ ਤੋਂ ਵੱਡਾ ਗ੍ਰੇ ਏਰੀਆ ਇਹ ਹੈ ਕਿ ਰਿਸਰਚ ਐਂਡ ਡਿਵੈਲਪਮੈਂਟ ਲਈ ਸ਼ਾਇਦ ਥੋੜਾ ਜਿਹਾ ਪੈਸਾ ਪੀਏਯੂ ਨੂੰ ਦਿੱਤਾ ਹੈ, ਜਿੰਨਾ ਕਿ ਮੇਰੇ ਕੋਲ ਡਿਟੇਲ ਆਈ ਹੈ, ਤੇ ਜਦੋਂ ਕਿ ਉਹ ਕੁਝ ਕਰੋੜ ਰੁਪਏ ਨਾਲ ਰਿਸਰਚ ਐਂਡ ਡਿਵੈਲਪਮੈਂਟ ਐਕਟੀਵਿਟੀ ਨਹੀਂ ਚੱਲਦੀ, ਉਹਨਾਂ ਲਈ ਤਨਖਾਹਾਂ ਪੈਨਸ਼ਨਾਂ ਤੋਂ ਬਿਨਾਂ ਰਿਸਰਚ ਐਂਡ ਡਿਵੈਲਪਮੈਂਟ ਐਕਟੀਵਿਟੀ ਲਈ ਸਾਨੂੰ ਜ਼ਿਆਦਾ ਫੰਡ ਦੇਣੇ ਪੈਣਗੇ। ਈਵਨ ਇੱਥੇ ਇਕੱਲਾ ਇਸ ਬਜਟ ਦਾ ਰੌਲਾ ਨਹੀਂ, ਸੈਂਟਰਲ ਗਵਰਨਮੈਂਟ ਜਿਹੜਾ ਜ਼ਿਆਦਾ ਬੈਨੀਫਿਟ ਲੈਂਦੀ ਹੈ ਪੰਜਾਬ ਦੇ ਫਾਰਮਰ ਤੋਂ, ਉਹਨੂੰ ਵੀ ਰਿਸਰਚ ਐਂਡ ਡਿਵੈਲਪਮੈਂਟ ਲਈ ਸਾਡੇ ਲਈ ਸਪੈਸ਼ਲ ਇਕਨੋਮਿਕ ਪੈਕੇਜ ਦੇਣਾ ਪਊਗਾ। ਤੇ ਇਸ ਕਰਕੇ ਜਿਹੜਾ ਹੈਗਾ ਇਹ ਇਸ ਏਰੀਆ ਦੇ ਵਿੱਚ ਦੂਸਰੀ ਗੱਲ ਉਹ ਆਤਮ ਹੱਤਿਆ ਵਾਲੀ ਜਿਹੜੀ ਆਤਮ ਹੱਤਿਆ ਵਾਲੇ ਫਿਗਰਸ ਪੀਏਯੂ ਦੇ ਸਰਵੇ ਤੋਂ ਆ ਗਈਆਂ, ਹੁਣ ਨਵੇਂ ਸਰਵੇ ਹੋ ਰਹੇ ਨੇ, ਉਹ ਤੋਂ ਹੋਰ ਆ ਜਾਣਗੀਆਂ। ਇੱਕ ਸਟੱਡੀ ਮੇਰੀ ਸਟੂਡੈਂਟ ਨੇ ਕੀਤੀ ਹੈ, 3 ਡਿਸਟ੍ਰਿਕਟ 3 ਰੀਜਨ ਤੋਂ ਲੈ ਕੇ
650 ਹਾਊਸ ਹੋਲਡ ਦਾ ਸਰਵੇ ਹੈ, ਉਹ ਚ ਲਗਭਗ ਸਾਰੀ ਨਿਮਨ ਕਿਸਾਨੀ ਗਰੀਬੀ ਰੇਖਾ ਤੋਂ ਹੇਠ ਹੈ, ਸਾਰੀ ਨਿਮਨ ਕਿਸਾਨੀ ਕਰਜ਼ਾ ਕੜਕੀ 'ਚ ਹੈ। ਇਹ ਆਤਮ ਹੱਤਿਆਵਾਂ ਜਦੋਂ ਤੱਕ ਅਸੀਂ ਨਿਮਨ ਕਿਸਾਨੀ ਤੱਕ ਨਹੀਂ ਪਹੁੰਚਦੇ, ਐਗਰੀਕਲਚਰ ਲੇਵਲ ਤੱਕ ਨਹੀਂ ਪਹੁੰਚਦੇ, ਇਹਨਾਂ ਨੇ ਨਹੀਂ ਰੁਕਣਾ। ਇਸ ਲਈ ਇਹਨਾਂ ਦੇ ਸਰਵੇ ਜਲਦੀ ਹੋ ਕੇ ਸੈਂਟਰ ਤੋਂ ਕਲੇਮ ਕਰਨ ਤੇ ਨਾਲ ਉਹਦੀ ਵੈਲਫੇਅਰ ਲਈ ਕੁਝ ਪੋਜ਼ਿਟਿਵ ਜੋ ਵੀ ਆਪਣੇ ਲੈਵਲ ਤੇ ਕਰ ਸਕਦੇ ਸੀ ਉਹ ਕੀਤਾ ਬਜਟ ਦੇ ਵਿੱਚ ਇਸ ਇਸ਼ੂ ਦੇ ਉੱਤੇ। ਨਹੀਂ, ਸਰਕਾਰ ਆਪਦੇ ਲੈਵਲ ਤੇ ਪਹਿਲਾਂ ਵੀ ਥੋੜਾ ਬਹੁਤਾ ਕਰ ਰਹੀ ਹੈ, ਜਿਵੇਂ ਫ੍ਰੀ ਇਲੈਕਟ੍ਰਿਸਿਟੀ ਵਾਟਰ, ਭਾਵੇਂ ਉਹਦਾ ਥੋੜਾ ਸ਼ੇਅਰ ਜਾ ਰਿਹਾ ਜਾਂ ਬਹੁਤਾ, ਪਰ ਜਿਹੜਾ ਹੋਰ ਕਰਨਾ ਲੋੜੀਂਦਾ ਸੀ ਉਹ ਨਹੀਂ ਕੀਤਾ ਹੈਗਾ। What percentage of free power is going to agriculture laborers, small farmers and marginal farmers? Tell me that. Only 82% farmers in this country are marginal and small farmers, whereas they are getting only 18% share of the subsidy. And 18% are getting 80% share of. नहीं, मैं इत्थे कुछ कहना चाहता सी, स्मॉल ते मार्जिनल फार्मर ने उन्हां लई सरकार सबसिडाइज्ड इरीगेशन इक्विपमेंट कनैक्शन देवे ताकि वो इस क्राइसिस तो बाहर आउण, उनदी थोड़ा बहुता उन्होंने रिलीफ मिले। सुचा सिंह जी, देखो जो ग्रोथ रेट की गल करते हैं ना, तो इन्होंने 7.8% ਜਿਹੜਾ ਉਹਨੂੰ ਬੜਾ ਪ੍ਰੋਜੈਕਟ ਕੀਤਾ, ਲੇਕਿਨ ਇਹ 2009-10 ਦੇ ਵਿੱਚ ਜਿਹੜਾ ਐਗਰੀਕਲਚਰ ਦਾ ਗਰੋਥ ਰੇਟ 0.1% ਹੈ। ਤੇ ਇਹ ਜਿਹੜਾ ਪ੍ਰੀਵੀਅਸ ਗਰੋਥ ਰੇਟ ਵੀ ਹੈ ਉਹ ਮੈਂ ਐਗਜ਼ਾਮਨ ਕੀਤਾ ਸੀਗਾ, ਇਹ ਆਊਟਪੁੱਟ ਦਾ ਗਰੋਥ ਨਹੀਂ ਹੈ, ਇਹ ਪ੍ਰਾਈਸ ਰਾਈਜ਼ ਕਰਕੇ ਗਰੋਥ ਰੇਟ ਹੈ ਤੇ ਇਹ ਸਸਟੇਨੇਬਲ ਨਹੀਂ ਹੈ। ਜਿੱਥੋਂ ਤੱਕ ਜਿਹੜੇ ਸੁਸਾਈਡ ਵਾਲੇ ਕੇਸਿਸ ਨੇ, ਲਖਨਪਾਲ ਜੀ ਨੂੰ ਯਾਦ ਹੋਣਾ ਕੈਪਟਨ ਕਮਲਜੀਤ ਸਿੰਘ ਦਾ ਜਿਹੜਾ ਪਹਿਲੀ ਸਰਕਾਰ 'ਚ ਲਾਸਟ ਬਜਟ ਸੀਗਾ, ਉਹਨਾਂ ਇੱਕ ਅਨਾਉਂਸਮੈਂਟ ਕੀਤੀ ਸੀ ਵੀ ਜਿਹੜਾ ਵੀ ਫਾਰਮਰ ਸੁਸਾਈਡ ਕਮਿਟ ਕਰੇਗਾ ਉਹਨੂੰ ਅਸੀਂ 1.5 ਲੱਖ ਰੁਪਈਆ ਕੰਪਨਸੇਸ਼ਨ ਦੇਵਾਂਗੇ। ਅੱਜ ਤੱਕ ਕੋਈ ਨਹੀਂ ਕੀਤਾ। ਇਸ ਬਜਟ 'ਚ ਵੀ ਕੋਈ ਅਨਾਉਂਸਮੈਂਟ ਨਹੀਂ ਹੈ ਕਿ ਜਿਹੜੇ ਫਿਗਰਾਂ ਸਾਡੇ ਕੋਲ ਆ ਜਾਣਗੀਆਂ, 2 ਜ਼ਿਲ੍ਹਿਆਂ ਦੀਆਂ ਆ ਚੁੱਕੀਆਂ ਨੇ ਇਹਨਾਂ ਨੇ, ਉਹਨਾਂ ਦੇ ਹਾਲੇ ਤੱਕ ਕਿਸੇ ਨੂੰ ਪੈਸਾ ਨਹੀਂ ਮਿਲਿਆ ਪੁਰਾਣਾ। I don't think so. ਲਖਨਪਾਲ ਜੀ, 2-3 ਚੀਜ਼ਾਂ ਕਿਉਂਕਿ ਸਮਾਂ ਬੜਾ ਥੋੜਾ ਵਾ। ਫਾਈਨੈਂਸ ਮਿਨਿਸਟਰ ਨੇ ਸੈਂਟਰ ਦੇ ਕੋਰਟ ਦੇ ਵਿੱਚ ਬਾਲ ਦੁਬਾਰਾ ਸੁੱਟੀ। ਉਹਨਾਂ ਕਿਹਾ ਵੀ ਜਿਹੜੀਆਂ ਬੈਨੀਫਿਟਸ ਮਿਲਣੀਆਂ ਚਾਹੀਦੀਆਂ ਸੀ ਪੰਜਾਬ ਨੂੰ ਐਜ਼ ਐਨ ਐਗਰੀਕਲਚਰ ਸਟੇਟ ਉਹ ਨਹੀਂ ਮਿਲ ਰਹੀਆਂ, ਔਰ ਜਿਹੜੇ ਆਸ-ਪਾਸ ਦੇ ਜਿਹੜੇ ਸਟੇਟਾਂ ਮੈਂ ਉੱਥੇ ਇੰਡਸਟਰੀ ਨੂੰ ਜਿਹੜੇ ਬੈਨੀਫਿਟਸ ਮਿਲੇ ਆ ਉਹਦੇ ਕਰਕੇ ਇੰਡਸਟਰੀ ਬਹੁਤ ਹਿੱਟ ਹੋਈ, ਜਿਹੜੀ ਡਾਕਟਰ ਗਿਆਨ ਸਿੰਘ ਨੇ ਵੀ ਗੱਲ ਕੀਤੀ। ਦੇਖੋ, ਇੱਕ ਚੀਜ਼ ਤਾਂ ਇਹ ਹੈ ਕਿ ਇੰਡਸਟਰੀ ਬੜੀ ਸ਼ਾਰਟ ਸਾਈਟਡਨੈਸ ਨੇ ਇੰਨੀ ਨਹੀਂ ਹੁੰਦੀ ਕਿ ਜਿਹੜੇ ਮਾੜੇ ਮੋਟੇ ਕੋਈ ਇਨਸੈਂਟਿਵ ਦੇਤੇ ਉਹਦਾ ਨਾਲ ਇੰਡਸਟਰੀ ਚਲੀ ਜਾਓ। ਇੰਡਸਟਰੀ ਅੱਜ ਕੱਲ੍ਹ ਐਜ਼ ਆਈ ਸੈਡ ਅਰਲੀਅਰ ਗੋਜ਼ ਬਾਈ ਕੰਡਿਊਸਿਵ ਪੋਲਿਸੀਜ਼। Now, even if we had those concessions, I don't think ਪੰਜਾਬ ਸਾਡੇ ਹਿਸਾਬ ਨਾਲ conducive ਕਲਾਈਮੇਟ ਨਹੀਂ ਬਣਾਈ ਗਈ ਹੈ। Conducive climate is not there for business and industry. Power ਨਹੀਂ ਹੈ ਤੁਹਾਡੇ ਇੱਥੇ, consistency and continuity of policies ਨਹੀਂ ਹੈਗੀ। So where from the industry is going to come here? ਜੀ, ਸਮਾਂ ਬੜਾ ਥੋੜਾ ਰਹਿ ਗਿਆ। ਗਿਆਨ ਸਿੰਘ ਜੀ, ਇਹ ਦੱਸੋ ਕਿ ਜੋ ਮਨਪ੍ਰੀਤ ਬਾਦਲ ਆਪਣੀ ਬਜਟ ਪੇਸ਼ ਕਰਦੇ ਹੁੰਦੇ ਸੀ ਉਹ ਨਾਰਮਲੀ ਬੜੇ ਸ਼ੇਰ ਸ਼ੂਰ ਕਹਿੰਦੇ ਹੁੰਦੇ ਸੀਗੇ, ਸੋ ਡਿਡ ਯੂ ਮਿਸ ਆਲ ਦੈਟ ਇਨ ਦਿਸ ਬਜਟ? ਚਾਹੇ ਉਹ ਮਨਪ੍ਰੀਤ ਸਿੰਘ ਸੀ, ਚਾਹੇ ਉਹ ਡਾਕਟਰ ਰੁਪਿੰਦਰਜੀਤ ਕੌਰ ਨੇ, ਪੋਲਟਰੀ ਨਾਲ ਗਰੀਬ ਲੋਕਾਂ ਦਾ ਢਿੱਡ ਨਹੀਂ ਭਰਦਾ ਹੈਗਾ, ਹੈ ਨਾ। ਇਹ ਤਾਂ ਹਰ ਪੈਰ ਤੇ ਹਨੇਰਾ, ਹਰ ਮੋੜ ਤੇ ਜੰਜੀਰਾਂ, ਉਹਦਾ ਉਧਰ ਨੂੰ ਉਹਨਾਂ ਨੂੰ ਲੋਕਾਂ ਨੂੰ ਸੋਚਣਾ ਪੈਣਾ। ਜੇ ਉਹ ਇਕੱਠੇ ਹੋਣਗੇ, ਸਟਰਗਲ ਕਰਨਗੇ ਤਾਂ ਕੁਝ ਬਣਨਾ, ਇਹਦੇ ਨਾਲ ਗੱਲ ਨਹੀਂ ਬਣਨੀ ਹੈਗੀ। ਤੁਸੀਂ ਪਿਛਲੇ ਸਾਲ ਦੇ ਬਜਟ ਨੂੰ ਇਹਦੇ ਨਾਲ ਕਿਵੇਂ ਕੰਪੇਅਰ ਕਰਦੇ ਜੀ? ਪਿਛਲੇ ਸਾਲ ਵਾਲਾ ਵੀ ਵੋਟ ਔਨ ਅਕਾਊਂਟ ਸੀਗਾ, ਪਿਛਲੇ 5 ਸਾਲ ਦਾ ਵੋਟ ਔਨ ਅਕਾਊਂਟ ਬਜਟ ਹੈ। ਇਟਸ ਅ ਵੋਟ ਔਨ ਅਕਾਊਂਟ ਬਜਟ। ਲਖਨਪਾਲ ਜੀ, ਫਾਈਨੈਂਸ ਮਿਨਿਸਟਰ ਭੁਪਿੰਦਰਜੀਤ ਕੌਰ ਨੇ ਆਪਣੇ ਸੁਰਜੀਤ ਪਾਤਰ ਦੀ ਅਖੀਰ ਦੇ ਵਿੱਚ ਇੱਕ ਪੋਇਮ ਪੜ੍ਹ ਕੇ ਸੁਣਾਈ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਕੋਈ ਸਿਰਫ ਜੁਗਰਾਫੀਆ ਨਹੀਂ, ਇਹ ਇੱਕ ਫਲਸਫਾ, ਸੋਚ, ਇਤਿਹਾਸ ਵੀ ਹੈ। ਔਰ ਅਖੀਰ ਦੇ 'ਚ ਉਹਨਾਂ ਕਿਹਾ ਕਿ ਇਹਦਾ ਮੁਖੜਾ ਕੁਝ ਉਦਾਸ ਵੀ ਹੈ। ਸੋ ਤੁਹਾਨੂੰ ਲੱਗਦਾ ਕਿ ਉਹਨੇ ਜਿਹੜੀ ਬਜਟ ਪੇਸ਼ ਕੀਤੀ ਆ ਉਹਦੇ ਨਾਲ ਕੋਈ ਮੁਸਕਰਾਹਟ, ਕੋਈ ਹਾਸੀ, ਕੋਈ ਚਮਕ ਦੁਬਾਰਾ ਵਾਪਸ ਆ ਸਕਦੀ ਹੈ? ਬਜਟ ਕੋਈ ਐਸੀ ਚੀਜ਼ ਨਹੀਂ ਹੁੰਦਾ, ਇਹ ਪਨੀਸ਼ੀਆ ਨਹੀਂ ਹੈ ਕਿ ਇਟ ਇਜ਼ ਅ ਸੋਲੂਸ਼ਨ ਟੂ ਆਲ ਪ੍ਰੋਬਲਮਸ ਬੀਇੰਗ ਫੇਸਡ ਬਾਈ ਪੰਜਾਬ ਔਰ ਫॉर दैट ਮੈਟਰ ਐਨੀ ਅਦਰ ਸਟੇਟ, ਬਟ ਐਟ ਲੀਸਟ ਦੀ ਪੀਪਲ ਐਕਸਪੈਕਟ ਕਿ ਦੇयर इज अ ਡਾਇਰੈਕਸ਼ਨ, ਸਾਡੇ ਹਿਸਾਬ ਨਾਲ ਕੋਈ ਡਾਇਰੈਕਸ਼ਨ ਨਹੀਂ ਹੈ, ਦੇयर इज अ ਪॉलिसी ਫਰੇਮਵਰਕ ਗਿਲ ਸਾਹਿਬ, ਐਂਡ ਦੇयर इज अ ਰੋਡ ਮੈਪ ਟੂ ਗੋ। ਸਾਡੀ ਜਿਹੜੀ ਪੋਲੀਟੀਕਲ ਕਲਾਸ ਹੈ, ਜੋ ਕੁਝ ਮਿਸਰ 'ਚ ਹੋਇਆ ਜਾਂ ਲੀਬੀਆ ਤੋਂ ਹੋਇਆ, ਉਹ ਤੋਂ ਲੈਸਨ ਲਰਨ ਕਰਦੇ ਆ। ਇਹਨਾਂ ਨੂੰ ਸੀਰੀਅਸ ਹੋਣ ਦੀ ਲੋੜ ਹੈ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ। ਡਾਕਟਰ ਗਿਆਨ ਸਿੰਘ, ਲਾਸਟ ਵਰਡ ਫਰਮ ਯੂ, ਡੂ ਯੂ ਐਗਰੀ ਵਿਦ ਬੋਥ ਦੀ ਅਦਰ ਪੈਨਲਿਸਟ? ਨਹੀਂ, ਥੋੜਾ ਮੈਂ ਡਿਸਐਗਰੀ ਕਰਦਾ। ਜਿੰਨਾ ਕੁਝ ਸੈਕਸ ਰੇਸ਼ੋ ਨੂੰ ਇੰਪਰੂਵ ਕਰਨ ਲਈ ਕੀਤਾ ਗਿਆ, 올ਡ ਏਜ ਵਾਲਿਆਂ ਨੂੰ ਕੀਤਾ ਗਿਆ, ਉਹ ਵੈਲਕਮ ਹੈ, ਪਰ ਹਾਲੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈਗੀ। ਰਾਈਟ, ਬਹੁਤ ਧੰਨਵਾਦ ਜੀ, ਤੁਸੀਂ ਇਸ ਡਿਸਕਸ਼ਨ ਦੇ ਵਿੱਚ ਆਏ, ਕਿਉਂਕਿ ਪੰਜਾਬ ਵਿੱਚ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਨੇ। ਇਸ ਲਈ ਉਮੀਦ ਲਗਾਈ ਜਾ ਰਹੀ ਸੀ ਕਿ ਬਜਟ ਆਮ ਜਨਤਾ ਨੂੰ ਲੁਭਾਉਣ ਵਾਲਾ ਹੋਵੇਗਾ। ਖਜ਼ਾਨਾ ਮੰਤਰੀ ਡਾਕਟਰ ਰੁਪਿੰਦਰਜੀਤ ਕੌਰ ਇਹਨਾਂ ਉਮੀਦਾਂ ਉੱਤੇ ਖਰੇ ਉਤਰੇ ਲੱਗਦੇ ਨੇ। ਸੂਬਾ ਸਰਕਾਰ ਦਾ ਇਹ ਬਜਟ ਸ਼ਾਇਦ ਹੀ ਪੰਜਾਬ ਦੀ ਮਾਲੀ ਹਾਲਤ ਸੁਧਾਰ ਸਕੇ, ਪਰ ਕੀ ਇਸ ਬਜਟ ਨਾਲ ਅਕਾਲੀ ਦਲ ਅਤੇ ਭਾਜਪਾ ਨੂੰ ਚੋਣਾਂ ਵਿੱਚ ਵੋਟ ਹਾਸਲ ਹੋ ਜਾਣਗੇ? ਫਿਲਹਾਲ ਕਹਿਣਾ ਕਾਫੀ ਮੁਸ਼ਕਿਲ ਹੈ। ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰਾਈਮ ਇੱਥੇ ਖਤਮ ਕਰਦੇ ਹਾਂ। ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨਾਲ। ਨਮਸਕਾਰ, ਸਤਿ ਸ੍ਰੀ ਅਕਾਲ।